ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਿਮਰਨ ਤੇ ਤੁਸੀਂ ਇਸ ਵਕਤ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ ਤੇ ਅਸੀਂ ਪਹੁੰਚੇ ਹਾਂ ਟੋਲ ਪਲਾਜ਼ਾ ਦੇ ਉੱਤੇ ਅੰਬਾਲਾ ਤੇ ਜ਼ੀਰਕਪੁਰ ਦੇ ਟੋਲ ਪਲਾਜ਼ੇ ਤੇ ਕਿਸਾਨਾਂ ਦੇ ਧਰਨੇ ਤੇ ਅਸੀਂ ਬੈਠੇ ਹਾਂ ਇਸ ਵਕਤ ਤੇ ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਦੀ ਰਣਨੀਤੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਜਸਵੰਤ ਸਿੰਘ। ਸਰ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਇੰਨੇ ਹੁਣ ਤੇ ਮਹੀਨਾ ਹੀ ਹੋ ਚੁੱਕਾ ਇੱਕ ਹਿਸਾਬ ਦਾ, ਹਜੇ ਤੱਕ ਕੋਈ ਵੀ ਜਿਹੜੀ ਸਰਕਾਰ ਵੱਲੋਂ ਕੋਈ ਐਵੇਂ ਦਾ ਤੁਹਾਡੇ ਹੱਕ ਵਿੱਚ ਫੈਸਲਾ ਨਹੀਂ ਸੁਣਾਇਆ ਗਿਆ। ਤੇ ਹੁਣ 27-28 ਤਰੀਕ ਨੂੰ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਕਹਿ ਰਹੇ ਆ ਕਿ ਦਿੱਲੀ ਵੱਲ ਨੂੰ ਰੁਖ ਕਰ ਰਹੇ ਆ ਤੇ ਜਿਹੜੇ ਧਰਨੇ ਆ ਉੱਥੇ ਜਾ ਕੇ ਲਗਾਏ ਜਾਣਗੇ। ਤੇ ਕੀ ਰਣਨੀਤੀ ਹੈ, ਕੀ ਤੁਹਾਡੇ ਜਿਹੜੇ ਵਿਚਾਰ ਨੇ ਜਾਂ ਪਲਾਨਸ ਨੇ ਅੱਗੇ ਦੇ ਕੀ ਹੈ? मैडम जी, मोदी ने झुका कर रहांगे। इतना मोदी के गोडे टिकते इतना बिल्कुल धरने बैठे हैं, या 2 साल बैठे आए हो। इतना यो कहता नहीं भी मेरा बस होगी, इतना बिल्कुल धरने बैठे रहांगे। हाँ जी। ਤੇ ਮਤਲਬ ਹੁਣ ਤੁਸੀਂ ਉੱਥੇ ਜਾ ਕੇ ਤੁਹਾਡੇ ਕੀ ਰਣਨੀਤੀਆਂ ਨੇ, ਅੱਗੇ ਤੁਸੀਂ ਕੀ ਕਰੋਗੇ, ਹੁਣ ਕੀ ਸਟੈਪਸ ਨੇ? दिल्ली घेरनी मैडम जी, तो मतलब दिल्ली का कनेक्शन तोड़ देना। हाँ जी। ਦਿੱਲੀ ਤੇ ਕਿਹੜੇ ਜਗ੍ਹਾਵਾਂ ਜਿਨ੍ਹਾਂ ਤੇ ਤੁਸੀਂ ਧਰਨੇ ਲਾਉਣ ਜਾ ਰਹੇ ਹੋ? सारे बॉर्डर में दिल्ली के जो पंजाब हरियाणा का टच कर रहे हैं जी, सारे बॉर्डर में सील कर देंगे। ये मनूरा रोका गया पंजाब की हद पर बैठ जाएंगे, जहाँ भी सरकार रोक दे वहीं रोक जाएंगे। हाँ जी, मतलब सारे रोड जाम कर देंगे जी। हाँ जी सर, ਤੁਹਾਡਾ ਨਾਮ? ਮੇਰਾ ਮਨਪ੍ਰੀਤ ਸਿੰਘ। ਹਾਂਜੀ ਸਰ, ਜਿਵੇਂ ਕਿ ਪਤਾ ਹੀ ਹੈ ਸਾਨੂੰ ਹੁਣ ਜਿਵੇਂ ਬਾਰਿਸ਼ਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਪਿਛਲੇ ਕੁਝ ਦਿਨ ਕਾਫੀ ਬਾਰਿਸ਼ ਹੁੰਦੀ ਰਹੀ ਹੈ, ਬਹੁਤ ਭਾਰੀ ਜਿਹੜਾ ਹੈ ਨੁਕਸਾਨ ਫਸਲਾਂ ਨੂੰ ਹੋਇਆ ਤੇ ਉਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ, ਜਾਂ ਕਿੰਨਾ ਨੁਕਸਾਨ ਜਿਹੜਾ ਇਸ ਕਿਸਾਨਾਂ ਨੂੰ ਸਹਿਣਾ ਪੈ ਰਿਹਾ ਇਹਦੇ ਕਰਕੇ? ਮੈਡਮ, ਸਾਡੇ ਇੱਧਰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ, ਦੂਜੇ ਜ਼ਿਲ੍ਹਿਆਂ 'ਚ ਹੋਇਆ, ਗੜੇਮਾਰੀ ਵੀ ਹੋਈ ਹੈ, ਕਈ ਜਗ੍ਹਾ ਅਸਮਾਨੀ ਬਿਜਲੀ ਵੀ ਡਿੱਗੀ ਹੈ। ਵੀ ਉਹਨਾਂ ਨੂੰ ਯੋਗ ਮੁਆਵਜ਼ਾ ਜੋ ਵੀ ਗਿਰਦਾਵਰੀ ਕਰਕੇ ਜੀ ਉਹ ਪੰਜਾਬ ਸਰਕਾਰ ਦੇਵੇ ਤੇ ਸੈਂਟਰ ਸਰਕਾਰ ਵੀ ਦੇਵੇ ਜੀ। ਇਸ ਵਕਤ ਜਿਹੜੀ ਕੰਡੀਸ਼ਨ ਹੈ ਨਾ, ਅਸੀਂ ਸਰਕਾਰ ਦੇ ਖਿਲਾਫ ਹੀ ਜਿਹੜੇ ਕਿਸਾਨ ਹੈ ਉਹ ਲੜ ਰਹੇ। ਮੈਨੂੰ ਲੱਗਦਾ ਹੈ ਕਿ ਜਿਹੜਾ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਅੱਗੇ ਦਿੱਤਾ ਜਾਂਦਾ ਸੀ, ਇਸ ਵਾਰ ਉਹ ਮੁਆਵਜ਼ਾ ਮਿਲੇਗਾ ਨਹੀਂ। ਜਿਹੜੀ ਇਹ ਸਾਡੀ ਲੜਾਈ ਹੈ ਕੇਂਦਰ ਸਰਕਾਰ ਦੇ ਖਿਲਾਫ ਹੈ। ਅਪੀਲ ਅਸੀਂ ਇਹ ਜਿਹੜੀ ਮੁਆਵਜ਼ੇ ਵਾਸਤੇ ਪੰਜਾਬ ਸਰਕਾਰ ਨੂੰ ਕਰਾਂਗੇ। ਤੇ ਜਿਹੜੀ ਕੇਂਦਰ ਸਰਕਾਰ ਨੇ ਜਿਹੜੀ ਆਪਣੇ ਇਹ ਕਿਸਾਨ ਵਿਰੋਧੀ ਬਿੱਲ ਜਿਹੜੇ ਹੈਗੇ ਆ ਜੀ, ਇਹਨਾਂ ਦੀ ਸਾਡੀ ਕਿਸਾਨ ਜਥੇਬੰਦੀਆਂ ਦੀ 18 ਤਰੀਕ ਨੂੰ ਮੀਟਿੰਗ ਹੈ ਤੇ 21 ਤਰੀਕ ਨੂੰ ਹੈ ਸੈਂਟਰ ਦੇ ਮੰਤਰੀਆਂ ਨਾਲ ਜੀ। ਉਸ ਤੋਂ ਬਾਅਦ ਜਿਹੜੀ ਫਿਰ ਆਪਾਂ ਅਗਲੀ ਰਣਨੀਤੀ ਜਿਹੜੀ 26-27 ਨੂੰ ਦਿੱਲੀ ਜਾਣਾ, ਉਹਦੀ ਜਿਵੇਂ ਵੀ ਹੋਏਗੀ ਜਥੇਬੰਦੀਆਂ ਲਾਉਣਗੀਆਂ ਜੀ, ਉੱਥੇ ਫਿਰ ਕਰਾਂਗੇ, ਜਾਵਾਂਗੇ ਜੀ ਫਿਰ ਦਿੱਲੀ। ਤੇ ਸਰ, ਹੁਣ ਤੱਕ ਜਿਹੜਾ ਇਹ ਕਹੀਏ ਕਿ ਸਰਕਾਰ ਨੇ ਕੋਈ ਵੀ ਤੁਹਾਡੇ ਪੱਖ ਵਿੱਚ ਕੋਈ ਫੈਸਲਾ ਨਹੀਂ ਸੁਣਾਇਆ ਹੈ, ਪਰ ਹੁਣ ਤੱਕ ਤੁਹਾਨੂੰ ਕਾਫੀ ਕੁਝ ਸਹਿਣਾ ਵੀ ਪੈ ਰਿਹਾ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਦਿੱਲੀ ਜਾ ਕੇ ਇਹਦਾ ਕੋਈ ਨਿਪਟਾਰਾ ਹੋਏਗਾ ਜਾਂ ਨਹੀਂ? ਹੁਣ ਦੇਖਦੇ ਹਾਂ ਜੀ 21 ਤਰੀਕ ਨੂੰ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਪੰਜਾਬ ਦੀ ਜਿਹੜੀ 31 ਕਿਸਾਨ ਜਥੇਬੰਦੀਆਂ ਉਹਨਾਂ ਦੀ, ਵੀ ਰਿਜ਼ਲਟ ਕਿਆ ਨਿਕਲਦਾ ਜੀ। ਉਸ ਤੋਂ ਬਾਅਦ ਅਗਲੀ ਰਣਨੀਤੀ ਜੋ ਵੀ ਹੈਗੀ ਹੈ ਉਹ ਫਿਰ ਅੱਗੇ ਕਰਾਂਗੇ ਜੀ, ਜੋ ਚਲਾਂਗੇ ਜੀ। ਵੀ ਜੇ ਦਿੱਲੀ ਜਾਣਾ ਪਵੇ ਟਾਲੀਆਂ ਰਾਹੀਂ ਜਿਵੇਂ ਵੀ ਹੁਕਮ ਲਾਉਣਗੀਆਂ ਜੀ ਉਵੇਂ ਜਾਵਾਂਗੇ ਜੀ ਅਸੀਂ। ਮਤਲਬ 21 ਤਰੀਕ ਨੂੰ ਪਹਿਲਾਂ ਇਹ ਡਿਸਾਈਡ ਕੀਤਾ ਜਾਏਗਾ ਕਿ ਜਾਣਾ ਹੈ ਜਾਂ ਨਹੀਂ? ਹਾਂਜੀ ਹਾਂਜੀ, ਜੇ 21 ਨੂੰ ਸਾਡੇ ਹੱਕ 'ਚ ਫੈਸਲਾ ਆ ਜਾਂਦਾ ਫਿਰ ਤਾਂ ਜਾਣ ਦਾ ਕੋਈ ਹੈ ਨਹੀਂ। ਜੇ ਉਸ ਫਿਰ ਵੀ ਉਹੀ ਅੜੀਅਲ ਰਵੱਈਆ ਅਪਣਾਇਆ, ਫਿਰ 21 ਨੂੰ 26-27 ਨੂੰ ਫਿਰ ਅਸੀਂ ਦਿੱਲੀ ਵਾਸਤੇ ਆਪਣੀਆਂ ਤਿਆਰੀਆਂ ਆਰੰਭ ਕਰ ਦਾਂਗੇ। ਵੈਸੇ ਤਾਂ ਕੀਤੀਆਂ ਹੋਈਆਂ ਤਿਆਰੀਆਂ ਤਾਂ, ਵੀ ਬਾਕੀ ਚਲੋ ਅਗਲੇ ਫਿਰ ਚਾਲੇ ਪਾ ਦਿਆਂਗੇ 26 ਤਰੀਕ ਨੂੰ ਦਿੱਲੀ ਵਾਸਤੇ। ਤੇ ਜੇ ਅਸੀਂ ਗੱਲ ਕਰੀਏ ਤਾਂ ਧਰਨੇ ਜਿਹੜੇ ਤੁਸੀਂ ਲਾਉਣ ਜਾ ਰਹੇ ਹੋ ਦਿੱਲੀ ਦੇ ਵਿੱਚ, ਤਾਂ ਮੇਨ ਜਗ੍ਹਾਵਾਂ ਕਿਹੜੀਆਂ ਨੇ ਜਿੱਥੇ ਕਿਸਾਨ ਜਿਹੜੇ ਆ ਜਾ ਕੇ ਧਰਨੇ ਲਾਉਣਗੇ? ਜਿਵੇਂ ਕਿ ਇੱਥੇ ਟੋਲ ਪਲਾਜ਼ਿਆਂ ਦੇ ਉੱਤੇ, ਰਿਲਾਇੰਸ ਪੰਪਾਂ ਦੇ ਉੱਤੇ ਜਿਹੜੇ ਆ ਧਰਨੇ ਲਗਾਏ ਗਏ ਨੇ, ਤੇ ਦਿੱਲੀ ਵਿੱਚ ਕਿਹੜੇ ਸਥਾਨ ਹੈ ਜਿਨ੍ਹਾਂ ਉੱਤੇ ਜਾ ਕੇ ਤੁਹਾਡਾ ਮੇਨ ਜਿਹੜਾ ਟਾਰਗੇਟ ਕਿਹੜੀਆਂ ਜਗ੍ਹਾਵਾਂ ਦਾ ਹੈ? ਵੈਸੇ ਤਾਂ ਜੰਤਰ ਮੰਤਰ ਚੌਂਕ ਹੀ ਹੁੰਦਾ ਜੀ। ਜੇ ਦਿੱਲੀ 'ਚ ਨਾ ਐਂਟਰ ਹੋਣ ਦਿੱਤਾ ਜਿਹੜਾ ਕਰਨਾਲ ਬਾਈਪਾਸ ਹੈ ਤੇ ਉੱਥੇ ਲੱਗੇਗਾ ਜੀ ਧਰਨਾ। ਜਿਹੜੀਆਂ ਐਂਟਰੀਆਂ ਹੈਗੀਆਂ ਜੀ ਜਿਵੇਂ ਵੀ ਹਰਿਆਣੇ ਤੋਂ ਦਿੱਲੀ ਦੀਆਂ, ਉਹ ਫਿਰ ਸਾਰੀਆਂ ਅਲੱਗ-ਅਲੱਗ, ਅਸੀਂ ਇੱਧਰ ਨੂੰ ਜਾਵਾਂਗੇ ਕਰਨਾਲ, ਦੂਜੇ ਜਿਹੜੇ ਹੋਰ ਰਸਤਿਆਂ ਨੂੰ ਆਉਣਗੇ ਜਿਵੇਂ ਰਾਜਸਥਾਨ, ਕਿਉਂਕਿ ਆਲ ਇੰਡੀਆ ਦਾ ਧਰਨਾ ਜੀ, ਸਾਰੇ ਅਲੱਗ-ਅਲੱਗ ਦਿਸ਼ਾਵਾਂ ਤੋਂ, ਯੂਪੀ ਵਾਲੇ ਗਾਜ਼ੀਆਬਾਦ ਸਾਈਡ ਨੂੰ, ਤੇ ਉੱਧਰ ਫਿਰ ਧਰਨੇ ਦਿੱਲੀ ਨੂੰ ਘੇਰ ਲਾਂਗੇ। ਦੁੱਧ ਪਾਣੀ ਬੰਦ ਕਰਾਂਗੇ ਜੀ ਫਿਰ ਉਹਨਾਂ ਦਾ, ਜੋ ਵੀ ਸਬਜ਼ੀਆਂ ਵਗੈਰਾ ਜਾਂਦੀਆਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਹਰਵਿੰਦਰ ਸਿੰਘ ਟੋਨੀ, ਜਲਾਲਪੁਰ। ਤੇ ਸਰ, ਜਿਵੇਂ ਕਿ ਬਰਸਾਤ ਬਹੁਤ ਜ਼ਿਆਦਾ ਪਈ ਹੈ ਤੇ ਟੋਲ ਪਲਾਜ਼ਿਆਂ ਦੇ ਉੱਤੇ ਕਿਉਂਕਿ ਇੱਥੇ ਨਾ ਕੋਈ ਛੱਤਾਂ ਹੈ ਨਾ ਕੋਈ ਇੰਤਜ਼ਾਮ ਹੈ, ਤਾਂ ਕਿਵੇਂ ਤੁਸੀਂ ਇੱਥੇ ਰਾਤ ਗੁਜ਼ਾਰ ਰਹੇ ਹੋ? ਇੰਨੀ ਹੁਣ ਤੇ ਠੰਡ ਵੀ ਜਿਵੇਂ ਕਿ ਵੱਧ ਚੁੱਕੀ ਹੈ। ਸਾਡਾ ਜੀ ਰਾਤ ਦਾ ਦੇਖੋ, ਆ ਵਾਟਰਪ੍ਰੂਫ ਟੈਂਟ ਹੈ ਸਾਡੇ ਕੋਲ,
ਇਹਦੇ ਉੱਪਰ ਇੱਕ ਤਰਪਾਲ ਹੈ ਉਹ ਪੀਲੇ ਰੰਗ ਦੀ ਪਈ ਦੀ ਉਹ ਪਾ ਦਿੰਦੇ ਆ ਜੀ ਰਾਤ ਨੂੰ। ਔਖੀ ਤਾਂ ਬਹੁਤ ਹੈ, ਸਰਕਾਰ ਨੇ ਸਤਾਏ ਹੋਏ ਆ ਕਿਸਾਨ। ਤੇ ਉਸ ਤੋਂ ਬਾਅਦ ਸਾਡੀ 2 ਟਰਾਲੀਆਂ ਖੜੀਆਂ ਦੇਖੋ ਬਣਾਈਆਂ ਹੋਈਆਂ, ਰਾਤ ਨੂੰ ਇਹਦੇ 'ਚ ਪੈ ਜਾਂਦਾ ਜੀ। ਦਿਨ ਰਾਤ ਸਾਡਾ ਧਰਨਾ ਚੱਲ ਰਿਹਾ ਸਰਕਾਰ ਦੇ ਖਿਲਾਫ, ਸੈਂਟਰ ਦੇ ਖਿਲਾਫ। ਇੰਨੀ ਮਿਹਨਤ ਮੁਸ਼ੱਕਤ ਤੋਂ ਬਾਅਦ ਵੀ ਅਗਰ ਕਿਸਾਨ ਜਿਹੜੀ ਸਾਡੀ ਸਰਕਾਰ ਹੈ ਉਹ ਹਜੇ ਵੀ ਤੁਹਾਡੀ ਗੱਲ ਨਹੀਂ ਸੁਣ ਰਹੀ ਹੈ, ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਇੱਕ ਦਿਨ ਸਾਡੀ ਗੱਲ ਸੁਣ ਕੇ ਹੀ ਰਹਿਣਾ ਪੈਣਾ ਹੈ, ਨਹੀਂ ਤਾਂ ਇਹ ਜਿਹੜਾ ਸੰਘਰਸ਼ ਹੈ ਹੋਰ ਤਿੱਖਾ ਹੁੰਦਾ ਚਲਾ ਜਾਏਗਾ। ਜਿਹੜੀ 31 ਕਿਸਾਨ ਜਥੇਬੰਦੀਆਂ ਹੈ ਉਹ ਇਸ ਟਾਈਮ ਕਹਿ ਰਹੀਆਂ ਵੀ ਅਪੀਲ ਕਰ ਰਹੀਆਂ ਇਹਨਾਂ ਨੂੰ, ਸੈਂਟਰ ਸਰਕਾਰ ਨੂੰ, ਮੋਦੀ ਜੀ ਨੂੰ, ਵੀ ਤੁਸੀਂ ਸਾਡੀ ਸਰਕਾਰ ਸਾਡੀ ਗੱਲ ਮੰਨ ਲਓ ਵੀ ਸਾਡੇ ਨਾਲ ਤੁਹਾਡਾ ਕਿਆ ਵੈਰ ਹੈ। ਕਿਸਾਨ ਤਾਂ ਬਹੁਤ ਛੋਟਾ ਹੈ, ਬਹੁਤ ਘਾਟੇ 'ਚ ਜਾ ਰਿਹਾ ਪਹਿਲਾਂ ਹੀ, ਬਹੁਤ ਖਰਚੇ ਹੈ ਕਿਸਾਨ ਨੂੰ। ਕਿਸਾਨ ਅੰਨਦਾਤਾ ਹੈ, ਕਿਸਾਨ ਨੂੰ ਵੀ ਮਾਰ ਰਹੇ ਆ, ਜਵਾਨਾਂ ਨੂੰ ਵੀ ਮਾਰ ਰਹੇ ਆ ਸਰਹੱਦਾਂ ਦੇ, ਉਧਰ ਕਿਸਾਨਾਂ ਨੂੰ ਮਾਰ ਰਹੇ ਆ। ਕਿਸਾਨ ਇੱਧਰ ਮਰ ਗਏ, ਜਲਾਲਾਬਾਦ ਵੀ ਪਰਸੋਂ ਮਰੇ 2। ਠੀਕ ਹੈ, ਸਾਡੇ ਤੋਂ ਕਿਆ ਕੱਢਦੀ ਹੈ ਸੈਂਟਰ ਸਰਕਾਰ, ਸਾਨੂੰ ਆਪ ਨਹੀਂ ਸਮਝ ਆ ਰਹੀ। ਸਾਡੀ ਕੋਈ ਦੁਸ਼ਮਣੀ ਹੈ ਉਹਨਾਂ ਨਾਲ, ਉਹ ਪਤਾ ਨਹੀਂ ਹੁਣ ਕਿਉਂ। ਅਸੀਂ ਰੇਲਾਂ ਵਾਸਤੇ ਵੀ ਮੰਨ ਗਏ ਵੀ ਰੇਲ ਚਲਾ ਦਿਓ, ਉਹ ਫਿਰ ਵੀ ਨਹੀਂ ਚਲਾ ਰਹੇ। ਕਹਿੰਦੇ ਵੀ ਮਾਲ ਗੱਡੀਆਂ ਤਾਂ ਚਲਾਵਾਂਗੇ ਜਦ ਤੁਸੀਂ ਸਵਾਰੀ ਗੱਡੀਆਂ ਚਲਾਓਗੇ। ਸਾਡੇ ਨਾਲ ਪਤਾ ਨਹੀਂ ਕਿਆ ਬੈਰ ਖੱਟ ਰਿਹਾ ਉਹ। ਇੱਕ ਅਡਾਨੀ ਅੰਬਾਨੀਆਂ ਦੇ ਤੇ ਜਿਹੜੇ ਬੜੇ ਰਾਜਘਰਾਨੇ ਆ, ਇਹਨਾਂ ਨੂੰ 5-4 ਨੂੰ ਖੁਸ਼ ਕਰਨ ਵਾਸਤੇ ਦੇਸ਼ ਵੇਚ ਰਿਹਾ ਹੈ ਜੀ ਉਹ ਸਾਡਾ ਭਾਰਤ, ਉਹਨੇ ਵੇਚਤਾ। ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੇ ਸਰਕਾਰ ਨੂੰ ਤੁਸੀਂ ਕਿਹਾ ਸੀਗਾ ਕਿ ਪੈਸੇਂਜਰ ਟ੍ਰੇਨਸ ਜਿਹੜੀਆਂ ਉਹ ਨਾ ਚਲਾਓ, ਪਰ ਜਿਹੜੀ ਮਾਲ ਗੱਡੀਆਂ ਉਹ ਚਲਾਉਣ ਦੀ ਇਜਾਜ਼ਤ ਦਿੱਤੀ, ਤੇ ਫਿਰ ਸਰਕਾਰ ਨੇ ਹੁਣ ਜਿਹੜੇ ਆ ਜਿਵੇਂ ਕਿ ਖੇਤਾਂ ਦੇ ਵਿੱਚ ਅੱਗਾਂ ਲਾਈਆਂ ਜਾ ਰਹੀਆਂ ਸੀ ਪਰਾਲੀ ਨੂੰ, ਉਹਦੇ ਉੱਤੇ ਵੀ ਹੁਣ ਜੁਰਮਾਨਾ ਰੱਖ ਦਿੱਤਾ ਗਿਆ। ਤੇ ਤੁਹਾਨੂੰ ਨਹੀਂ ਲੱਗਦਾ ਕਿ ਡੇਲੀ ਕੋਈ ਨਾ ਕੋਈ ਰਣਨੀਤੀ ਜਿਹੜੀ ਹੈ ਨਵੀਂ ਪੈਂਤਰੇ ਅਜ਼ਮਾ ਰਿਹਾ ਤਾਂ ਕਿ ਜਿਹੜੇ ਕਿਸਾਨ ਹੈ ਉਹ ਆਪਣੇ ਧਰਨੇ ਛੱਡ ਦੇਣ? ਨਹੀਂ, ਕਿਸਾਨ ਇਸ ਤਰ੍ਹਾਂ ਨਹੀਂ ਧਰਨੇ ਛੱਡਦਾ ਜੀ। ਇਹ ਜਿਹੜੇ ਡਰਾਬੇ ਦੇ ਰਹੇ ਆ, ਇਹ ਸੈਂਟਰ ਗਵਰਨਮੈਂਟ ਨੇ ਜਿਹੜੇ ਜੁਰਮਾਨੇ ਲਾਏ ਆ ਕਰੋੜ ਰੁਪਇਆ ਔਰ 5 ਸਾਲ ਦੀ ਸਜ਼ਾ, ਇਹ ਜ਼ਿਮੀਂਦਾਰ ਨੂੰ ਮਾਰਨੇ ਵਾਲਾ ਹੀ ਕੰਮ ਹੈ ਨਾ। ਜ਼ਿਮੀਂਦਾਰ ਕਿਹਦੇ ਕੋਲ ਹੁੰਦੇ ਆ ਜੀ 5 ਕਰੋੜ 1 ਕਰੋੜ ਹੁੰਦਾ ਜੀ ਕਿਸੇ ਕੋਲ ਜ਼ਿਮੀਂਦਾਰ ਕੋਲ? ਤੇ ਨਾ ਹੀ ਕੋਈ 5 ਸਾਲ ਦਾ ਕੋਈ ਪ੍ਰਾਵਧਾਨ ਹੈ ਸਜ਼ਾ ਦਾ। ਜਿਹੜਾ ਪ੍ਰਦੂਸ਼ਣ ਆਂਦਾ ਹੈ ਇਹ ਤਾਂ ਫੈਕਟਰੀਆਂ ਤੋਂ ਆਂਦਾ ਜੀ ਜ਼ਿਆਦਾ, ਤੇ ਜ਼ਿਆਦਾ ਵਹੀਕਲਾਂ ਦਾ ਹੈ। 6 ਮਹੀਨੇ ਬਾਅਦ ਫਸਲ ਕੱਟਦਾ ਹੈ, ਪਰਾਲੀ ਨੂੰ ਅੱਗ ਲਾਉਂਦਾ, ਉਹ ਪ੍ਰਦੂਸ਼ਣ ਨਹੀਂ ਮੰਨਿਆ ਜਾਂਦਾ। ਇਹ ਮਾਹਿਰ ਵੀ ਦੱਸਦੇ ਆ, ਪ੍ਰਦੂਸ਼ਣ ਮਾਹਿਰ ਦੱਸਦੇ ਆ ਕਿ ਇਹ ਪ੍ਰਦੂਸ਼ਣ ਨਹੀਂ ਹੈ। ਪ੍ਰਦੂਸ਼ਣ ਤਾਂ ਦਿੱਲੀ 'ਚ ਜਾ ਕੇ ਦੇਖੋ ਕਿੰਨਾ ਹੈ, ਜਿਹੜੀ ਹੈ ਆਪਣਾ ਕਾਰਾਂ ਵਗੈਰਾ। ਪਰ ਜਿਹੜਾ ਦਿੱਲੀ ਵਿੱਚ ਪ੍ਰਦੂਸ਼ਣ ਹੁੰਦਾ ਉਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕਿਸਾਨ ਪਰਾਲੀਆਂ ਨੂੰ ਅੱਗ ਲਾਉਂਦੇ ਆ ਇਹ ਉਹਦਾ ਕਾਰਨ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਛੋਟੇ ਆਦਮੀ ਨੂੰ ਹੀ ਦਬਾਇਆ ਜਾਂਦਾ ਹਮੇਸ਼ਾ, ਬੜੇ ਦਾ ਕੁਝ ਨਹੀਂ ਵਿਗੜਦਾ। ਪਤਾ ਨਹੀਂ ਕੈਸੇ ਕਾਨੂੰਨ ਹੈ ਸਾਡੇ, ਸਮਝ ਨਹੀਂ ਆਉਂਦੀ ਸਾਨੂੰ। ਅਸੀਂ ਕਹਿੰਦੇ ਆ ਵੀ ਇਹਨਾਂ ਨੂੰ, ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਵੀ ਇੰਨੇ ਜਿਹੜੇ ਬੜੇ ਬੰਦਿਆਂ ਦੇ ਕਰਕੇ ਛੋਟਿਆਂ ਨੂੰ ਕਿਉਂ ਵੇਚਿਆ ਜਾ ਰਿਹਾ ਹੈ। ਕਿਸਾਨ ਨਾਲ ਕਿਆ ਦੁਸ਼ਮਣੀ ਹੈ, ਪਤਾ ਨਹੀਂ, ਸਮਝ ਨਹੀਂ ਆਉਂਦੀ ਜੀ। ਅਸੀਂ ਸਾਰਾ ਦਿਨ ਗੱਲਾਂ ਕਰਦੇ ਹਾਂ ਇੱਥੇ ਬੈਠੇ, ਇੱਕ ਤੋਂ ਇੱਕ ਸਾਡੇ ਕਿਸਾਨ ਪਏ ਆ। ਆਹ ਦੇਖੋ ਨਿੱਕਾ ਸਿੰਘ ਜੀ 91 ਸਾਲ ਦੇ ਆ, ਇਹ ਦਿਨ ਰਾਤ ਡਿਊਟੀ ਦਿੰਦੇ ਆ। ਉਹਨਾਂ ਨੂੰ ਫੇਰ ਨਹੀਂ ਸਾਡੀ ਸਮਝ ਆਉਂਦੀ ਜੀ ਵੀ ਇਹ ਕਿਸਾਨ ਪਹਿਲੇ ਹੀ ਘਾਟੇ 'ਚ ਜਾ ਰਿਹਾ। ਇਹਨਾਂ ਦੇ ਨਾਲ ਪਤਾ ਨਹੀਂ ਕਿਆ ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਸੋਚ ਕੇ ਸਾਡਾ ਦਿਨ ਬਤੀਤ ਹੋ ਜਾਂਦਾ, ਰਾਤ ਹੋ ਜਾਂਦੀ ਹੈ, ਅਗਲਾ ਦਿਨ ਆ ਜਾਂਦਾ ਹੈ। 1.5 ਮਹੀਨੇ ਤੋਂ ਉੱਪਰ ਹੋ ਗਿਆ, ਪਰ ਸਰਕਾਰ ਨਹੀਂ ਸਮਝ ਰਹੀ। ਸਰਕਾਰ ਨੂੰ ਅਸੀਂ ਝੁਕਾ ਕੇ ਛੱਡਾਂਗੇ। ਇੱਕ ਦਿਨ ਕਿਸਾਨ ਦੀ ਗੱਲ ਸਰਕਾਰ ਨੂੰ ਸੁਣਨੀ ਪੈਣੀ ਹੈ, ਨਹੀਂ ਤੇ ਅਸੀਂ 26-27 ਤਰੀਕ ਦਾ ਜਿਹੜਾ ਪ੍ਰੋਗਰਾਮ ਲਿਖਿਆ ਹੋਇਆ ਦਿੱਲੀ ਜਾਣ ਦਾ, ਦਿੱਲੀ ਕੂਚ ਕਰਨ ਦਾ, ਉਹ ਅਸੀਂ ਜਾਵਾਂਗੇ। ਸਾਡੀ ਬੇਨਤੀ ਹੈ ਹਰਿਆਣਾ ਸਰਕਾਰ ਨੂੰ ਵੀ ਉਹ ਸਾਨੂੰ ਕੁਛ ਨਾ ਕਹੇ, ਸਾਨੂੰ ਦਿੱਲੀ ਜਾਣ ਤੋਂ ਕੁਛ ਨਾ ਕਹੇ। ਸਾਡੀ ਸੈਂਟਰ ਨਾਲ ਲੜਾਈ ਹੈ, ਸਾਡੀ ਹਰਿਆਣਾ ਗਵਰਨਮੈਂਟ ਨਾਲ ਲੜਾਈ ਨਹੀਂ ਹੈਗੀ। ਅਗਰ ਹਰਿਆਣਾ ਗਵਰਨਮੈਂਟ ਰੋਕੇਗੀ ਫਿਰ ਉੱਥੇ ਸਾਨੂੰ ਜਾਮ ਲਾਣੇ ਪੈਣੇ ਆ। ਤੁਹਾਨੂੰ ਐਵੇਂ ਕਿਉਂ ਲੱਗਦਾ ਕਿ ਜਿਹੜੀ ਹਰਿਆਣਾ ਗਵਰਨਮੈਂਟ ਹੈ ਉਹ ਤੁਹਾਨੂੰ ਰੋਕੇਗੀ, ਜਿਵੇਂ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਪੂਰਾ ਸਪੋਰਟ ਕਰ ਰਹੀ ਹੈ ਕਿਸਾਨਾਂ ਦਾ, ਤੇ ਤੁਹਾਨੂੰ ਐਵੇਂ ਕਿਉਂ ਲੱਗ ਰਿਹਾ ਕਿ ਹਰਿਆਣਾ ਗਵਰਨਮੈਂਟ ਜਿਹੜੀ ਆ ਉਹ ਮਤਲਬ ਕਿ ਤੁਹਾਨੂੰ ਰੋਕੇਗੀ? ਇਸ ਜਿਹੜਾ ਤੁਸੀਂ ਅੰਦੋਲਨ ਜਿਹੜਾ ਛੇੜਿਆ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ? ਕਿਉਂਕਿ ਸੈਂਟਰ ਗਵਰਨਮੈਂਟ ਵੀ ਬੀਜੇਪੀ ਦੀ ਹੈ ਜੀ, ਹਰਿਆਣਾ ਸਰਕਾਰ ਵੀ ਬੀਜੇਪੀ ਦੀ ਹੈ, ਤਾਂ ਉਹਨਾਂ ਨੂੰ ਮੰਨਣਾ ਹੀ ਪੈਣੀ ਹੈ ਉਹਨਾਂ ਦੀ ਗੱਲ ਸੈਂਟਰ ਦੀ, ਜਦ ਕਿ ਉਹਨਾਂ ਦਾ ਹੱਕ ਨਹੀਂ ਬਣਦਾ। ਸਾਡੀ ਲੜਾਈ ਸਿੱਧੀ ਸੈਂਟਰ ਨਾਲ ਹੈ, ਨਾ ਕਿ ਮਨੋਹਰ ਲਾਲ ਖੱਟਰ ਜੀ ਨਾਲ ਹੈ। ਹਰਿਆਣਾ ਸਰਕਾਰ ਨਾਲ ਸਾਡੀ ਕੋਈ ਲੜਾਈ ਨਹੀਂ, ਉਹਨਾਂ ਦਾ ਹੱਕ ਨਹੀਂ ਬਣਦਾ। ਅਸੀਂ ਸ਼ਾਂਤਮਈ ਜਾਣਾ ਹੈ, ਸ਼ਾਂਤਮਈ ਉੱਥੇ ਧਰਨਾ ਦੇਣਾ ਹੈ, ਸ਼ਾਂਤਮਈ ਆਪਣੀ ਗੱਲ ਸੁਣਨ ਵਾਸਤੇ ਉਹਨਾਂ ਨੂੰ ਮਜਬੂਤ ਕਰਨਾ ਹੈ। ਤੁਸੀਂ ਮਜਬੂਰ ਹੋ ਜਾਓ ਸਾਡੀ ਗੱਲ ਸੁਣਨ ਤੇ, ਅਸੀਂ ਵੀ ਮਜਬੂਰ ਹਾਂ। ਅਸੀਂ ਆਪਣੇ ਘਰ-ਬਾਰ ਛੱਡ ਕੇ, ਬੱਚੇ ਛੱਡ ਕੇ, ਕਾਲੀਆਂ ਦੀਵਾਲੀਆਂ ਮਨਾਈਆਂ ਇੱਥੇ, ਦੀਵਾਲੀ ਨੂੰ ਵੀ ਮਸ਼ਾਲਾਂ ਜਗਾ ਕੇ, ਆਪਣੀਆਂ ਮਸ਼ਾਲਾਂ ਦੇਖ ਲਓ, ਜਗਾ ਕੇ ਇੱਥੇ ਦੀਵਾਲੀ ਮਨਾਈ ਹੈ। ਤੇ ਅਸੀਂ ਮਜਬੂਰ ਕਰ ਦਾਂਗੇ ਸੈਂਟਰ ਨੂੰ ਆਪਣੀ ਗੱਲ ਸੁਣਨ। भी वो अनपढ़ प्रधानमंत्री हमारे देश का,
ਜ਼ਿਮੀਂਦਾਰ ਨੂੰ ਕਹਾ ਕਰੋੜ ਰੁਪਈਆ ਜੁਰਮਾਨਾ ਲਾਉਂਗਾ, 5 ਸਾਲ ਦੀ ਸਜ਼ਾ। ਇਸ ਪਰ ਮੈਨੂੰ 2500 ਰੁਪਏ ਦਿए जा रहे ਜ਼ਿਮੀਂਦਾਰ ਨੂੰ ਵੀ 2500 ਰੁਪਏ ਦੇ ਦੇ, ਹਮ ਅੱਗੇ ਲੰਦੇ ਆਪ तो सब 2500 रुपये दिए जाते, मैं पर 1 करोड़ रुपये मंग रहा है, वो कहाँ दे हमने करोड़ रुपये, वो अनपढ़ और प्रधानमंत्री थोप दिया बस। ਤੇ ਤੁਹਾਡੇ ਹਿਸਾਬ ਨਾਲ ਜਿਹੜਾ ਪ੍ਰਧਾਨ ਮੰਤਰੀ ਆ ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, बिल्कुल पढ़ा लिखा होना चाहिए, जिस तरह मनमोहन सिंह था। ਜਿਵੇਂ ਮਨਮੋਹਨ ਸਿੰਘ। हाँ जी, हाँ जी। ਤੇ ਹੁਣ ਤੁਸੀਂ ਚਾਹ ਵੇਚਣ ਵਾਲਾ ਲਾ ਦਿਆ ਰਾ, ਜੇ ਹੁਣ ਚਾਹ ਮੈਨੂੰ ਚਾਹ ਕੱਪ ਧੋਣਾ ਦਾ ਇਹਨੂੰ ਦੇਸ਼ ਮਾਂਜ ਕੇ ਰੱਖਦੀ ਆ ਜੀ। ਅਡਾਨੀਆਂ ਬਾਨੀਆਂ ਵੇਚਦੀ ਆ, ਰੇਲਵੇ ਵੇਚਦੀ ਆ, ਇਹਨਾਂ ਛੋਟੀਆਂ BSNL ਵੇਚਦੀ ਆ, ਸਾਰਾ ਦੇਸ਼ ਨੂੰ ਵੇਚ ਕੇ ਜਾਏਗਾ ਜੀ ਉਹ। ਜਦੋਂ ਕਹਾ ਮੈਂ ਇੱਕ ਸਾਥ ਦਾ ਆਪਣਾ ਝੋਲਾ ਚੱਕ ਕੇ ਚਲਾ ਜਾਊਂਗਾ। ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜਾ ਸਾਡੇ ਪ੍ਰਧਾਨ ਮੰਤਰੀ ਆ ਉਹ ਇੱਕ ਚਾਹ ਵੇਚਣ ਵਾਲਾ ਜਾਂ ਫਿਰ ਪੜ੍ਹਿਆ ਲਿਖੇ ਨੂੰ ਬਣਾਉਣਾ ਚਾਹੀਦਾ ਹੈ, ਪਰ ਉਹਨੂੰ ਚੁਣਨ ਵਾਲੇ ਵੀ ਅਸੀਂ ਇਨਸਾਨ ਹੀ ਆ। ਤਾਂ ਅਸੀਂ ਉਦੋਂ ਕਿਉਂ ਨਹੀਂ ਇਹ ਫੈਸਲਾ ਸਾਡੇ ਕੋਲ ਲੈ ਹੋਇਆ ਕਿ ਹਾਂ ਅਸੀਂ ਉਦੋਂ ਹੀ ਕੋਈ ਪੜ੍ਹਿਆ ਲਿਖਿਆ ਜਿਹੜਾ ਇਨਸਾਨ ਹੈ ਉਹਨੂੰ ਉਸ ਗੱਦੀ ਤੇ ਬਿਠਾਉਂਦੇ। मैडम ये झूठा बहुत बड़ा है, कहना लोगों को कहा भी थारे लाख खाते में 15-15 लाख रुपये पाऊँगा, 2 करोड़ नौकरियाँ दूँगा साल में, किसी ने ना दो किसी के खाते में 5 रुपये पाए ना नौकरी दी कोई, ये झूठा बहुत बड़ा फ्रॉड है। ਪਰ ਇਹ ਤਾਂ ਜਿਹੜੀ ਵੀ ਸਰਕਾਰ ਆਂਦੀ ਹੈ ਨਾ, ਹੁਣ ਜਿਵੇਂ ਕਿ ਹੁਣ ਫਿਰ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਵੋਟਾਂ 2021 ਦੇ ਵਿੱਚ ਹੋਣੀਆਂ ਨੇ, ਤੇ ਜਿੱਦਾਂ ਹੁਣ ਆਮ ਆਦਮੀ ਦੀ ਪਾਰਟੀ ਦੀ ਗੱਲ ਕਰੀਏ ਅਸੀਂ ਤਾਂ ਉਹ ਵੀ ਇਹ ਸਮਰਥਨ ਕਰ ਰਹੀ ਹੈ, ਕਿਸਾਨਾਂ ਦਾ ਸਮਰਥਨ ਕਰ ਰਹੀ ਹੈ, ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ। ਹੁਣ ਜਿਹੜੀ ਕਾਂਗਰਸ ਪਾਰਟੀ ਹੈ ਉਹ ਵੀ ਇਹ ਕਹਿ ਰਹੀ ਹੈ ਕਿ ਅਗਰ ਰਾਹੁਲ ਗਾਂਧੀ ਬਣਦਾ ਹੈ ਤਾਂ ਇਹ ਜਿਹੜੇ ਬਿੱਲ ਇਹਨਾਂ ਨੇ ਪਾਸ ਕੀਤੇ ਅਸੀਂ ਉਹਨਾਂ ਨੂੰ ਰੱਦ ਕਰ ਦਿਆਂਗੇ। ਇਹ ਹਰ ਪਾਰਟੀ ਕਰਦੀ ਹੈ, ਤਾਂ ਉਦੋਂ ਅਸੀਂ ਇਹ ਝਾਂਸੇ 'ਚ ਕਿਉਂ ਆ ਜਾਂਦੇ ਆ, ਉਦੋਂ ਅਸੀਂ ਇਹ ਸਭ ਚੀਜ਼ਾਂ ਕਿਉਂ ਨਹੀਂ ਸੋਚਦੇ। मैडम किसान एक भोला भाड़ा उनकी बातों में आ जा, बस इनकी इन्ने गल्लां कर लें और कर ले पढ़ो ले बस किसान। ਪਰ ਹੁਣ ਜਿਹੜਾ ਹੈ ਉਹ ਸਭ ਤੋਂ ਵੱਧ ਕਿਸਾਨਾਂ ਨੂੰ ਸਹਿਣਾ ਪੈ ਰਿਹਾ ਹੈ। ਹੁਣ ਸਭ ਤੋਂ ਵੱਧ ਨੁਕਸਾਨ ਜੇ ਅਸੀਂ ਗੱਲ ਕਰੀਏ ਤਾਂ ਕਿਸਾਨਾਂ ਦਾ ਹੋ ਰਿਹਾ ਹੈ। ਤਾਂ ਹੁਣ ਜਿਹੜੇ ਕਿਸਾਨ ਹੈ ਉਹ ਕੀ ਸੋਚਦੇ ਨੇ, ਹੁਣ ਅੱਗੇ ਤੋਂ ਉਹਨਾਂ ਦੀ ਕੀ ਰਣਨੀਤੀ ਹੈ। रणनीति क्या मैडम, इतना यो बिल काले कानून वापस नहीं करता, इतना मानू धरने बैठना पड़ेगा। जे किसान का फेल हो गए ना जी, सारी उम्र पछताना पड़ेगा इनू, हमारी जो अगली पीढ़ी आ रही है मानू बिल्कुल बख्शने की नहीं। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਨਾਮ? ਜਗਤਾਰ ਸਿੰਘ ਜੀ, ਝਾਰਮੜੀ। ਹਾਂਜੀ ਸਰ, ਜਿਵੇਂ ਕਿ ਬੀਤੇ ਦਿਨ ਹੀ ਬਹੁਤ ਬਰਸਾਤ ਪਈ ਹੈ ਤੇ ਕਿਸਾਨਾਂ ਨੂੰ ਜਿਹੜਾ ਹੈ ਕਿ ਫਸਲਾਂ ਨੂੰ ਬਹੁਤ ਨੁਕਸਾਨ ਹੋਇਆ ਹੈ, ਕਈ ਜਗ੍ਹਾ ਤੇ ਗੜੇ ਵੀ ਪਏ ਨੇ, ਤੇ ਜਿਹਦੇ ਕਰਕੇ ਜਿਹੜੀ ਫਸਲ ਜਿਹੜੀ ਬੀਜੀ ਸੀਗੀ ਉਹ ਕਿਤੇ ਦੁਬਾਰਾ ਬੀਜਣੀ ਪੈ ਰਹੀ ਹੈ ਹੈ ਨਾ, ਤੇ ਕਿੰਨਾ ਕੁ ਨੁਕਸਾਨ ਜਿਹੜਾ ਹੈ ਉਹ ਕਿਸਾਨ ਨੂੰ ਹੋਇਆ ਹੈ। ਇਹ ਸਾਡੇ ਏਰੀਏ ਮਾ ਨਹੀਂ ਨੁਕਸਾਨ ਜੀ ਹੋਇਆ ਇੰਨਾ, ਸਾਡੇ ਏਰੀਏ ਮਾ ਤਕਰੀਬਨ ਬਾਰਿਸ਼ ਘੱਟ ਪਈ ਹੈ, ਗੜੇ ਪਏ ਨਹੀਂ, ਠੀਕ ਹੀ ਹੈ ਤਕਰੀਬਨ। ਅਸੀਂ ਤਾਂ ਮੀਂਹ ਪੈਂਦੇ ਮਾ ਵੀ ਉਰੇ ਬੈਠੇ ਰਹੇ। ਸਾਡੀ ਹੁਣ ਦਿੱਲੀ ਜਾਣ ਦੀ ਤਿਆਰੀ ਹੈ, ਕੱਲ੍ਹ ਨੂੰ ਸਾਡੇ ਜਥੇਬੰਦੀਆਂ ਦੀ ਮੀਟਿੰਗ ਹੈ, ਉਹ ਦੱਸਣਗੇ ਵੀ 26 ਤਰੀਕ ਤਾਂ ਅਸੀਂ ਜਾਣਾ ਹੀ ਜਾਣਾ ਦਿੱਲੀ। ਇਹ ਟਰਾਲੀਆਂ ਸਾਡੀਆਂ ਤਿਆਰ ਖੜੀਆਂ ਕਰੀਆਂ, ਉਹ ਪਿੰਡਾਂ ਵਿੱਚ ਵੀ ਤਿਆਰ ਖੜੀਆਂ ਨੇ। ਇਹ ਸਿਰਫ ਪੰਜਾਬ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੈ, ਕਿਉਂਕਿ ਪੰਜਾਬ ਪਹਿਲੇ ਸਮੇਂ ਦੇ ਵਿੱਚ ਵੀ ਨਾਦਰ ਅਬਦਾਲੀ ਵਰਗੇ ਜਦੋਂ ਡਾਕੇ ਮਾਰ ਕੇ ਲਿਆਉਂਦੇ ਤੇ ਲੁੱਟ ਕੇ ਲਿਆਉਂਦੇ ਤੇ ਉਹ ਕੁੜੀਆਂ ਨੂੰ ਵੀ ਬੰਦ ਲੈ ਜਾਂਦੇ ਤੇ, ਤਾਂ ਪੰਜਾਬ ਲੁੱਟ ਲੈਂਦਾ ਤਾ ਉਹਨਾਂ ਨੂੰ ਦੁਬਾਰੇ। ਉਹ ਪੰਜਾਬ ਨੂੰ ਇਹਨਾਂ ਨੂੰ ਉਹੀ ਹੈ ਗੱਲ, ਮੁਗਲਾਂ ਦੇ ਟਾਈਮ ਵੀ ਸਿੱਖਾਂ ਕਦੇ ਕਮਜ਼ੋਰ ਨਹੀਂ ਹੋਏ, ਸਿੱਖਾਂ ਹਮਲੇ ਕਰਦੇ ਰਹੇ ਉਹਨਾਂ ਪਰ। ਫਿਰ ਅੰਗਰੇਜ਼ ਆ ਗਏ, ਅੰਗਰੇਜ਼ਾਂ ਨਾਲ ਵੀ 200 ਸਾਲ ਲੜਾਈ ਲੜੀ ਸਿੱਖਾਂ ਦੀ, ਪਰ ਸਿੱਖ ਨਹੀਂ ਮਰੇ। ਹੁਣ 84 ਦੇ ਵਿੱਚ ਦੇਖ ਲਓ ਸਿੱਖਾਂ ਨਾਲ ਕਿੰਨਾ ਘਾਣ ਹੋਇਆ, ਫਿਰ ਵੀ ਸਿੱਖ ਨਹੀਂ ਮੁੱਕੇ। ਇਹਨਾਂ ਨੇ ਫਿਰ ਪੰਜਾਬ ਦੇ ਵਿੱਚ ਨਸ਼ਾ ਗੇਰਤਿਆ ਵੀ ਨਸਲ ਨਾਲ ਮਰ ਜੂਗੇ ਪੰਜਾਬੀ ਸਿੱਖ, ਨਸ਼ੇ ਨਾਲ ਵੀ ਨਹੀਂ ਮਰੇ। ਹੁਣ ਉਹਨੇ ਇਹ ਖੇਲ ਖੇਲੀ ਹੈ ਵੀ ਇਹ ਕੰਮ ਕਰੋ, ਇਹਨਾਂ ਦੇ ਖੇਤੀ ਬੰਦ ਕਰਾ ਦਿਓ ਕਰਨੀ, ਆਪੇ ਮਰ ਜਾਣਗੇ। ਜਿਵੇਂ ਬਿਹਾਰ ਦੇ ਉਹ ਸਾਡੇ ਕੋਲ ਮਜ਼ਦੂਰੀ ਕਰਨ ਆਉਂਦੇ ਨੇ, ਉਹਨਾਂ ਕੋਲ ਵੀ ਜ਼ਮੀਨਾਂ ਨੇ, ਖੇਤੀ ਉਹ ਵੀ ਕਰਦੇ ਨੇ, ਪਰ ਉਹਨਾਂ ਦੇ ਰੇਟ ਨਹੀਂ ਹੈਗਾ। ਜਿਹੜੀ ਮੰਡੀਕਰਨ ਬੋਰਡ ਹੈ, ਮੰਡੀ ਬੋਰਡ ਹੈ, ਉਹ ਪੰਜਾਬ ਦੇ ਹਰਿਆਣੇ ਦੇ ਵਿੱਚ ਹੈ। ਜਿਹੜੀ ਗੌਰਮੈਂਟ ਰੇਟ ਬਣਦੀ ਹੈ ਉਸ ਰੇਟ 'ਤੇ ਲੈਣੀ ਪੈਂਦੀ ਹੈ ਇਹਨਾਂ ਨੂੰ, ਹੋਰ ਸਟੇਟਾਂ ਮਾ ਰੇਟ ਨਹੀਂ ਹੈਗਾ। ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਰੇਟ 1000 ਰੁਪਏ ਨੂੰ ਝੋਨਾ ਵਿਕ ਰਿਹਾ ਉੱਥੇ, ਉਹ ਪੰਜਾਬ 'ਚ ਵਿਕਣ ਆਉਂਦਾ। ਇਹ ਜ਼ਿਮੀਂਦਾਰਾਂ ਨੇ ਨਹੀਂ ਮਰਨਾ ਹੈ, ਛੋਟੇ ਦੁਕਾਨਦਾਰਾਂ ਨੇ ਵੀ ਮਰ ਜਾਣਾ। ਜੇ ਬੜੇ ਕਾਰਪੋਰੇਟ ਘਰਾਣੇ ਉਰੇ ਆ ਗਏ, ਉਹਨਾਂ ਨੇ ਆਪਣੀ ਵੱਡੀਆਂ ਵੱਡੀਆਂ ਮਸ਼ੀਨਰੀਆਂ ਲਿਆਉਣੀਆਂ ਉਰੇ 'ਤੇ। ਸਾਡੇ ਜਿਹੜੇ ਟਰੈਕਟਰ ਇਹ ਕਿਸੇ ਨੇ ਖਰੀਦਣੇ ਨਹੀਂ ਹੈਗੇ। ਜਿਹੜੇ ਟਰੈਕਟਰ ਬਣਾਉਣ ਵਾਲੀ ਕੰਪਨੀਆਂ ਉਰੇ ਸਾਡੇ ਦੇਸ਼ 'ਚ ਉਹ ਬੰਦ ਹੋ ਜਾਣੀਆਂ। ਜਿਹੜੇ ਖੁਰਪੇ ਦਾਤੀਆਂ ਬਣਾਉਣ ਵਾਲੇ, ਕਸੀਆਂ ਬਣਾਉਣ ਵਾਲੇ,
ਛੋਟੇ ਦੁਕਾਨਦਾਰ ਨੇ ਉਹਨਾਂ ਨੇ ਮਰ ਜਾਣਾ, ਜਿਹੜੇ ਸਪੇਅਰ ਪਾਰਟ ਆ ਟਰੈਕਟਰਾਂ ਵਾਲੇ ਉਹਨਾਂ ਨੇ ਮਰ ਜਾਣਾ। ਇਹਦਾ ਦੁਕਾਨਦਾਰ ਵੀ ਮਰੂਗੇ ਸਾਡੇ ਜ਼ਿਮੀਂਦਾਰਾਂ ਨਾਲ। ਸਾਡੇ ਜ਼ਿਮੀਂਦਾਰਾਂ ਨੂੰ ਮਾਰਨ ਵਾਸਤੇ ਇਹਨਾਂ ਸਾਡੇ ਸਾਰੇ ਜਿੰਨੇ ਛੋਟੇ ਦੁਕਾਨਦਾਰ ਨੇ, ਵੱਡੇ ਦੁਕਾਨਦਾਰ ਵੀ ਜਿਹੜੀ ਫੈਕਟਰੀਆਂ ਚਲਾ ਰਹੇ ਨੇ, ਕਬੈਨਾਂ ਦੀ ਫੈਕਟਰੀਆਂ ਨੇ, ਟਰੈਕਟਰਾਂ ਦੀ ਫੈਕਟਰੀਆਂ ਨੇ, ਸਾਰੀਆਂ ਬੰਦ ਹੋ ਜਾਣੀਆਂ। ਜਦੋਂ ਉਹਨਾਂ ਨੇ ਤਾਂ ਬਾਹਰ ਦੇ ਟਰੈਕਟਰ ਲਿਆਣੇ ਆਪਣੇ ਵੱਡੇ ਵੱਡੇ, ਬਾਹਰ ਦੀ ਮਸ਼ੀਨਰੀ ਜਿਹੜੀ ਬਾਹਰ ਦੀ ਮਸ਼ੀਨਰੀ ਹੈ ਉਹ ਖਰਾਬ ਹੀ ਨਹੀਂ ਹੁੰਦੀ ਬਹੁਤ ਦੇਰ ਤੱਕ। ਤਾਂ ਉਹਨਾਂ ਨੇ ਮਸ਼ੀਨਾਂ ਨਾਲ ਕੰਮ ਕਰਨਾ, ਸਾਡੇ ਤੋਂ ਮਜ਼ਦੂਰੀ ਕਰਾਣੀ। ਜਿਵੇਂ ਪਹਿਲੇ ਟਾਈਮ ਦੇ ਵਿੱਚ ਜ਼ਿਮੀਂਦਾਰ ਤੇ ਉਹ ਵੱਡੇ ਵੱਡੇ ਘਰਾਣਿਆਂ ਕੋਲ ਜ਼ਮੀਨਾਂ ਤੀਆਂ, ਉਹਨਾਂ ਦੇ ਮਜਾਰੇ ਤੇ ਉਹ ਖੇਤੀ ਕਰਦੇ ਤੇ, ਉਹਨਾਂ ਦੀ ਦਾਣੇ ਖਾਣ ਨੂੰ ਦਿੰਦੇ ਤੇ ਉਹਨੇ ਜਿਹੜੇ। ਹੁਣ ਉਹੀ ਕੰਮ ਇਹ ਲੱਗੇ ਕਰਨ। ਉਹ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਦੇ ਵਿੱਚ ਆਇਆ ਬਿਹਾਰ ਤੋਂ, ਉੱਥੇ ਮਹਾਰਾਸ਼ਟਰ ਤੋਂ 10ਵੇਂ ਪਾਤਸ਼ਾਹ ਨੇ ਭੇਜਿਆ ਉਰੇ ਪੰਜਾਬ ਨੂੰ। ਉਹਨਾਂ ਨੇ ਜਦ ਜਿੱਤਿਆ ਨਾ ਪੰਜਾਬ ਨੂੰ, ਜਿੱਤ ਕੇ ਫਿਰ ਜਿਹੜੇ ਉਹ ਮਜਾਰੇ ਤੇ ਉਹ ਜ਼ਿਮੀਂਦਾਰ ਬਣਾਏ ਬਾਬਾ ਬੰਦਾ ਸਿੰਘ ਬਹਾਦਰ ਨੇ। ਉਹ ਜ਼ਿਮੀਂਦਾਰ ਹੁਣ ਤੱਕ ਅਸੀਂ ਜ਼ਿਮੀਂਦਾਰ ਬਣੇ ਹੋਏ ਹਾਂ। ਪਹਿਲਾਂ ਅਸੀਂ ਦਿਹਾੜੀਦਾਰ ਤੇ, ਪਹਿਲਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਿਮੀਂਦਾਰ ਬਣਾਇਆ। ਹੁਣ ਇਹੀ ਕੰਮ ਮੋਦੀ ਕਰਨ ਲੱਗਿਆ ਵਾ। ਹੁਣ ਮੋਦੀ ਨੇ ਵੱਡੇ ਵੱਡੇ ਘਰਾਣੇ ਉਰਾ ਮਾਰਦੇ ਨੇ, ਬਿਠਾ ਦੇਣੇ ਨੇ ਲਿਆ ਕੇ। ਉਹਨਾਂ ਨੇ ਕਿਸੇ ਵੱਟ ਨਹੀਂ ਰਹਿਣੀ, ਕਿਸੇ ਦਾ ਕੁਛ ਨਹੀਂ ਰਹਿਣਾ। ਥਾਣੇ ਵੀ ਬੰਦ ਹੋ ਜਾਣੇ ਨੇ, ਕਿਉਂ? ਜਦ ਜ਼ਿਮੀਂਦਾਰਾਂ ਨਾਲ ਲੜਨਾ ਹੀ ਨਹੀਂ। ਜ਼ਿਮੀਂਦਾਰ ਤਾਂ ਵੱਟ ਪਿੱਛੇ ਲੜ ਜਾਂਦਾ, ਆਪਣੇ ਘਰ ਪਿੱਛੇ ਲੜ ਪੈਂਦਾ। ਜਦ ਜ਼ਿਮੀਂਦਾਰਾਂ ਨਾਲ, ਜੱਟਾਂ ਨਾਲ ਲੜਨਾ ਹੀ ਨਹੀਂ ਹੈ ਕਿਸੇ ਨਾਲ, ਫਿਰ ਥਾਣੇ ਵੀ ਬੰਦ ਹੋ ਜਾਣੇ ਨੇ। ਕੇਸੇ ਨਹੀਂ ਜਾਊਗਾ ਥਾਣੇ 'ਮਾ ਕੋਈ, ਕਚਹਿਰੀਆਂ ਵੀ ਬੰਦ ਹੋ ਜਾਣੀ, ਵਕੀਲਾਂ ਨੇ ਵੀ ਭੁੱਖੇ ਮਰਨਾ, ਵਕੀਲਾਂ ਕੋਲ ਕੇਸੇ ਨਹੀਂ ਜਾਊਗਾ ਕੋਈ। ਇਸ ਕਰਕੇ ਇਹਨੇ ਪੰਜਾਬ ਨੂੰ ਕਮਜ਼ੋਰ ਕਰਨਾ, ਹੋਰ ਕੋਈ ਗੱਲ ਨਹੀਂ ਹੈ। ਇਹਨੂੰ ਇਹ ਹੈ ਵੀ ਜੇ ਸਿੱਖ ਮਰ ਗਏ ਤਾਂ ਸਾਰਾ ਸਾਡੀ ਮੁੱਠੀ 'ਮਾ ਆ ਜਾਊਗਾ ਸਾਰਾ ਦੇਸ਼। ਇਹਨਾਂ ਦਾ ਇਹੀ ਕੰਮ ਹੈ ਵੀ ਹਿੰਦੂ ਰਾਸ਼ਟਰ ਬਣਾਓ ਇਹਨੂੰ, ਸਿੱਖਾਂ ਨੂੰ। ਪਰ ਸਰ ਜੇ ਅਸੀਂ ਗੱਲ ਕਰੀਏ, ਤੁਸੀਂ ਜਿਵੇਂ ਗੱਲ ਕਰ ਰਹੇ ਹੋ ਸਿੱਖਾਂ ਦੀ, ਹਿੰਦੂਆਂ ਦੀ, ਹੈ ਨਾ, ਜਿਹੜਾ ਕਿਸਾਨ ਹੈ ਉਹ ਇੱਕ ਸਿੱਖ ਵੀ ਹੈ, ਮੁਸਲਮਾਨ ਵੀ ਹੈ, ਹਿੰਦੂ ਵੀ ਹੈ। ਤਾਂ ਇਹ ਜਿਵੇਂ ਅਸੀਂ ਗੱਲ ਕਰੀਏ ਤਾਂ ਜਿਵੇਂ ਕਿਸਾਨ ਅੰਦੋਲਨ ਹੈ, ਤੇ ਕਿਸਾਨ ਖੁਦ ਵੀ ਨਾਰਾ ਲਗਾਉਂਦਾ ਹੈ ਜੈ ਜਵਾਨ ਜੈ ਕਿਸਾਨ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਿੱਖੀ ਧਰਮ ਨੂੰ ਪਿੱਛੇ ਛੱਡ ਕੇ ਸਾਨੂੰ ਇਨਸਾਨੀਅਤ ਦੇ ਨਾਤੇ ਜਿਹੜਾ ਹੈ ਅੱਗੇ ਵਧਣਾ ਚਾਹੀਦਾ? ਅਸੀਂ ਇਨਸਾਨੀਅਤ ਦੇ ਨਾਤੇ ਵਿੱਚ ਜਿਹੜਾ ਪੰਜਾਬੀ ਹੈ ਨਾ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਆਪਣਾ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਪੰਜਾਬੀ ਹੈ, ਉਹ ਵੀ ਸਾਡੇ ਨਾਲ ਸਹਿਮਤ ਹੈ। ਜਿੰਨਾ ਵਰਗ ਜ਼ਿਮੀਂਦਾਰ ਹੈ ਸਾਡੇ ਨਾਲ ਸਹਿਮਤ ਹੈ। ਦੂਜੀ ਸਟੇਟਾਂ ਵੀ ਮੰਗਣ ਲੱਗ ਰਹੀਆਂ ਹੁਣ। ਦੂਜੀ ਸਟੇਟਾਂ, ਮਹਾਰਾਸ਼ਟਰ ਹੋ ਗਿਆ, ਯੂਪੀ ਹੋ ਗਿਆ, ਬਿਹਾਰ ਹੋ ਗਿਆ, ਉਹ ਕਹਿੰਦੇ ਵੀ ਸਾਨੂੰ ਵੀ ਇਹੀ ਕਰੋ, ਪੰਜਾਬ ਮੰਗਣ, ਹਰਿਆਣੇ ਮੰਗਣ ਕਰੋ। ਮੋਦੀ ਨਾਲ ਕਹਿੰਦੇ ਉਹਨਾਂ ਦੀ ਗੱਲ ਹੋਈ, ਉਹ ਕਹਿੰਦਾ ਵੀ ਤੁਹਾਨੂੰ ਉਹਨੂੰ ਵਰਗਾ ਤਾਂ ਨਹੀਂ ਮੈਂ ਕਰ ਸਕਦਾ, ਪਰ ਪੰਜਾਬ ਨੂੰ ਹਰਿਆਣੇ ਨੂੰ ਤੁਹਾਡੇ ਨਾਲ ਮਿਲਾ ਸਕਦਾ ਮੈਂ। ਉਹ ਗੱਲ ਉਹਨਾਂ ਕਰੀ ਵੀ ਹੁਣ ਮੋਦੀ ਨੇ। ਅਸੀਂ ਮੰਗ ਕੁਛ ਹੋਰ ਰਹੇ ਤੇ ਇਹ ਦੇ ਕੇ ਸਾਨੂੰ ਕੁਛ ਹੋਰ ਰਿਹਾ। ਅਸੀਂ ਤਾਂ ਸਵਾਮੀਨਾਥਨ ਦੀ ਰਿਪੋਰਟ ਮੰਗ ਰਹੇ ਤੇ, ਜਿਵੇਂ ਇਹਨੇ ਪਹਿਲਾਂ 14ਵਾਂ ਪਹਿਲਾਂ ਵੋਟਾਂ ਮੰਗੀਆਂ, ਕਹਿੰਦੇ ਮੈਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੂੰਗਾ। ਉਹ ਤਾਂ ਨਹੀਂ ਇਹਨੇ ਲਾਗੂ ਕਰੀ। ਪਹਿਲੇ 5 ਟਰਮਾਂ ਤੋਂ ਕੁਝ ਬੋਲਿਆ ਨਹੀਂ ਇਹ। ਹੁਣ ਜਦ ਜਿੱਤ ਗਿਆ ਇਹਨੂੰ ਪਤਾ ਵੀ ਮੇਰੀ ਬਹੁਮਤ ਹੈ, ਹੁਣ ਮੈਨੂੰ ਦੂਈ ਪਾਰਟੀਆਂ ਦੀ ਲੋੜ ਨਹੀਂ ਹੈਗੀ ਵੋਟਾਂ ਦੀ, ਵੀ ਇਹਨੂੰ ਪੰਜਾਬ ਨੂੰ ਤੇ ਹਰਿਆਣੇ ਨੂੰ ਚੱਕ ਦੋ। ਹੁਣ ਇਹੀ ਜ਼ਿਮੀਂਦਾਰ ਸਾਰੇ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਪਰ ਪੰਜਾਬ में ਤਾਂ ਜ਼ਿਆਦਾ ਸਿੱਖ ਹੀ ਹੈ, ਹਰਿਆਣੇ में ਵੀ ਸਿੱਖ ਨੇ। ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਕਮਜ਼ੋਰ ਕਰ ਦਿਓ, ਆਪੇ ਦੇਸ਼ ਮੇਰੀ ਮੁੱਠੀ 'ਮਾ ਹੋ ਜਾਣਾ। ਇਸ ਕਰਕੇ ਪੰਜਾਬ ਹਟਣ ਵਾਲਾ ਨਹੀਂ, ਭਾਵੇਂ ਪੰਜਾਬ ਮਰ ਜੇ, ਪੰਜਾਬ ਨਹੀਂ ਪਿੱਛੇ ਹਟਦਾ। ਪੰਜਾਬ ਨੇ ਤਾਂ ਪੂਰੀ ਤਿਆਰੀ ਕਰੀ ਵੀ ਆ ਮਰਨ ਦੀ। 1.5 ਮਹੀਨੇ ਤੋਂ ਉੱਪਰ ਹੋ ਗਿਆ ਲੋਕਾਂ ਨੂੰ ਘਰ ਛੱਡ ਕੇ ਬੈਠੇ ਨੇ। ਮੋਦੀ ਨੂੰ ਐਂ ਤਾਂ ਵੀ ਕਰੋਨੇ ਦੀ ਆੜ ਲੈ ਕੇ ਉਧਰ ਜ਼ਿਮੀਂਦਾਰਾਂ ਦਾ ਝੋਨਾ ਵੱਢਣ ਨੂੰ ਤਿਆਰ ਹੈ, ਉਧਰ ਬਜਾਈ ਸ਼ੁਰੂ ਹੋਣੀ ਹੈ, ਵੀ ਇਹਨਾਂ ਨੇ ਘਰ ਤੋਂ ਬਾਹਰ ਨਹੀਂ ਨਿਕਲਣਾ, ਆਪਣੇ ਕੰਮਾਂ ਮੌਲ 'ਚ ਜਾਣਾ, ਵੀ ਕਿਸੇ ਨੇ ਬੈਠਣਾ ਨਹੀਂ ਰੋਡਾਂ ਕੇ ਉੱਪਰ ਆ ਕੇ। ਪਰ ਜ਼ਿਮੀਂਦਾਰਾਂ ਨੇ ਫੇਰ ਵੀ ਪਰਵਾਹ ਨਹੀਂ ਕਰੀ। ਉਹ ਜ਼ਿਮੀਂਦਾਰ ਰੋਡਾਂ 'ਤੇ ਬੈਠੇ ਨੇ ਆ ਕੇ। ਹੁਣ ਦਿਨ ਰਾਤ ਅਸੀਂ ਉਰੇ ਪਏ ਨੇ। ਪਹਿਲਾਂ ਆਪਾਂ ਰੇਲਵੇ ਲਾਈਨ 'ਤੇ ਪਏ ਰਹੇ, ਫਿਰ ਰੇਲਵੇ ਲਾਈਨ ਤੋਂ ਇਹਨਾਂ ਨਾਲ ਸਮਝੌਤਾ ਹੋਇਆ ਸਾਡੇ ਸੈਂਟਰ ਬੋਡੀਆਂ ਨਾਲ ਵੀ ਤੁਸੀਂ ਮਾਲ ਗੱਡੀਆਂ ਤੋਰ ਦਿਓ, ਪੈਸੰਜਰ ਰਹਿਣ ਦਿਓ। ਉਹ ਤੋਰੀਆਂ ਇਹਨਾਂ ਨੇ 2 ਦਿਨ ਤੋਰਨ ਤੋਂ ਬਾਅਦ ਆਪੇ ਬੰਦ ਕਰਤੀਆਂ ਇਹਨਾਂ ਨੇ। ਅਸੀਂ ਲਾਈਨਾਂ ਤੋਂ ਉੱਠ ਕੇ ਪਲੇਟਫਾਰਮ 'ਤੇ ਆ ਗਏ। ਪਲੇਟਫਾਰਮ 'ਤੇ ਵੀ ਫਿਰ ਇਹਨਾਂ ਨੇ ਆਪੇ ਗੱਡੀਆਂ ਬੰਦ ਕਰਤੀਆਂ ਮੋਦੀ ਨੇ, ਵੀ ਪੰਜਾਬ ਨੂੰ ਮਾਰੋ। ਫਿਰ ਹੁਣ ਜਿਹੜਾ ਅਸੀਂ ਪਲੇਟਫਾਰਮ ਤੋਂ ਵੀ ਬਾਹਰ ਆ ਗਏ। ਹੁਣ ਫਿਰ ਵੀ ਗੱਡੀਆਂ ਨਹੀਂ ਇਹਨਾਂ ਨੇ ਤੋਰੀ। ਹੁਣ 13 ਤਰੀਕ ਨੂੰ ਮੀਟਿੰਗ ਹੋਈ ਇਹੀ
ਵੀ ਸਾਡੀ ਵੀ ਮਾਲ ਗੱਡੀਆਂ ਜਾਣ ਦਿਓ, ਵੀ ਸਵਾਰੀ ਗੱਡੀ ਨਹੀਂ ਅਸੀਂ ਆਣ ਦੇਣੀ ਹੈ। ਸਾਡੇ ਜ਼ਿਮੀਂਦਾਰਾਂ ਨੇ ਕਿਹਾ ਉੱਥੇ ਦੇ ਬੇਸਿੱਟਾ ਰਹੀ ਉਹਨਾਂ ਦੀ। ਹੁਣ ਫੇਰ ਸਾਡੇ ਜ਼ਿਮੀਂਦਾਰਾਂ ਨੇ ਕਿਹਾ ਵੀ ਧਰਨਾ ਸਾਡਾ ਪੱਕਾ ਰਹੂਗਾ ਵੀ 26 ਤਰੀਕ ਨੂੰ ਅਸੀਂ ਜਾਣਾ ਹੀ ਜਾਣਾ। ਸਾਡੀ ਟਰਾਲੀਆਂ ਤਿਆਰ ਨੇ, ਰਾਸ਼ਨਾਂ ਦੀ ਸਾਡੀ ਲੱਦੀ ਪਈਆਂ ਨੇ, ਲੱਕੜਾਂ ਦੀ ਸਾਡੀ ਗੱਡੀਆਂ ਟਰਾਲੀਆਂ ਲੱਦੀਆਂ ਪਈਆਂ, ਸਾਰੇ ਲੋਡ ਨੇ। ਇਹ 2 ਟਰਾਲੀਆਂ ਅਸੀਂ ਖੜਾਈਆਂ ਉਰੇ ਤੁਹਾਨੂੰ ਦਿਖਾਉਣ ਵਾਸਤੇ, ਜਿਹੜੇ ਕੋਈ ਚੈਨਲ ਆਉਂਦਾ ਵੀ ਅਸੀਂ ਤਿਆਰੀ ਹੈ ਸਾਡੀ ਦਿੱਲੀ ਜਾਣ ਦੀ। ਦਿੱਲੀ ਅਸੀਂ ਜਾਣਾ ਹੀ ਜਾਣਾ, ਭਾਵੇਂ ਕਿਸੇ ਤਰ੍ਹਾਂ ਪਹੁੰਚੇ, ਭਾਵੇਂ ਜਿਵੇਂ ਬਿਹਾਰੀ ਗਈ ਹੈ ਇੱਧਰ ਤੋਂ ਲੋਕਡਾਊਨ ਦੇ ਵਿੱਚ ਪੈਦਲ ਗਏ ਵਿਚਾਰੇ ਉਹ, ਸਾਨੂੰ ਭਾਵੇਂ ਪੈਦਲ ਜਾਣਾ ਪੜੇ, ਪਰ ਦਿੱਲੀ ਨੂੰ ਘੇਰੂਗੇ ਜ਼ਰੂਰ। ਦਿੱਲੀ ਦਾ ਇੱਕ ਵਾਰੀ ਪਾਣੀ ਬੰਦ ਕਰਨਾ, ਅਸੀਂ ਬਿਜਲੀ ਬੰਦ ਕਰ ਦੇਣੀ ਹੈ, ਅਸੀਂ ਸਬਜ਼ੀਆਂ ਜਾਣੀਆਂ ਬੰਦ ਕਰ ਦੇਣੀਆਂ ਦਿੱਲੀ ਦੀਆਂ, ਅਸੀਂ ਦੁੱਧ ਜਾਣਾ ਬੰਦ ਕਰ ਦੇਣਾ ਦਿੱਲੀ ਦਾ, ਅਸੀਂ ਦਿੱਲੀ ਨੂੰ ਪੂਰਾ ਲੋਕਡਾਊਨ ਕਰ ਦੇਣਾ। ਦਿੱਲੀ ਵਿੱਚ ਦੇਊਗਾ ਨਹੀਂ ਕੋਈ ਸਮਾਨ ਹੈ, ਜਾਂ ਦਿੱਲੀ में ਕੋਈ ਸਮਾਨ ਨਹੀਂ ਜਾਣਾ ਆਪੇ ਵੱਡੀ ਗੱਲ। ਪਰ ਹੁਣ 18 ਤਰੀਕ ਨੂੰ ਕੱਲ੍ਹ ਦੇਖੋ ਸਾਡੇ 31 ਜਥੇਬੰਦੀਆਂ ਦੀ ਹੁੰਦੀ ਹੈ ਮੀਟਿੰਗ, ਕੱਲ੍ਹ ਨੂੰ ਕਿਆ ਉਹਨਾਂ ਦਾ ਮੈਸੇਜ ਸਾਡੇ ਕੋਲ ਆਉਂਦਾ, ਉਹਦੇ ਬਾਅਦ ਅਸੀਂ ਦੇਖੂਗੇ ਵੀ ਕਿਆ ਕਰਨਾ। ਅਸੀਂ ਪਰ ਦਿੱਲੀ ਜਾਣਾ ਜ਼ਰੂਰ 26 ਤਰੀਕ, ਇਹ ਸਾਡੇ ਜਥੇਬੰਦੀਆਂ ਦੀ ਐਲਾਨ ਹੈ। ਪਹਿਲਾਂ ਤਾਂ ਹੋਇਆ ਵੀ 26 ਤਰੀਕ ਨੂੰ ਅਸੀਂ ਜਾਣਾ, ਜੇ ਮੋਦੀ ਨਾ ਮੰਨਿਆ ਤਾਂ ਗੱਲ। ਹੁਣ ਕਹਿੰਦੇ ਵੀ 21 ਤਰੀਕ ਨੂੰ ਫੇਰ ਉਹਨਾਂ ਨੇ ਮੀਟਿੰਗ ਸਾਡੇ ਜਥੇਬੰਦੀਆਂ ਬੁਲਾਈ। ਦੇਖੋ 21 ਤਰੀਕ ਨੂੰ ਕਿਆ ਹੁੰਦਾ, ਮੰਨਦੇ ਕਿ ਨਹੀਂ ਮੰਨਦੇ। ਜੇ ਨਹੀਂ ਮੰਨਦੇ ਪਰ ਅਸੀਂ ਤਾਂ ਜਾਣਾ ਹੀ, ਦਿੱਲੀ ਤਾਂ ਜਾਣਾ ਹੀ ਜਾਣਾ, ਭਾਵੇਂ ਅਸੀਂ ਪੈਦਲ ਜਾਈਏ। ਟਰੈਕਟਰ ਟਰਾਲੀਆਂ ਉਰੇ ਰੋਕ ਲੈਣ, ਉਹ ਸਾਨੂੰ ਬਾਰਡਰ 'ਤੇ ਹਰਿਆਣੇ ਦੇ ਰੋਕ ਲੈਣ, ਹਰਿਆਣੇ ਵਿੱਚ ਸਰਕਾਰ ਉਹਨਾਂ ਦੀ ਹੈ, ਉੱਥੇ ਰੋਕ ਲੈਣਾ ਸਾਨੂੰ। ਪਰ ਅਸੀਂ ਖੇਤਾਂ ਮਨੋਂ ਹੋ ਲੈਣਾ ਸਭ, ਭਾਵੇਂ ਕਿਤੇ ਨੂੰ ਜਾਈਏ ਅਸੀਂ, ਭਾਵੇਂ ਪੈਦਲ ਜਾਈਏ, ਪਰ ਜਾਣਾ ਦਿੱਲੀ ਜ਼ਰੂਰ ਹੈ। ਰੋਟੀ ਦੀ ਸਾਨੂੰ ਤੰਗੀ ਨਹੀਂ ਹੈਗੀ, ਉੱਥੇ ਗੁਰਦੁਆਰੇ ਬਥੇਰੇ ਨੇ, ਗੁਰਦੁਆਰਿਆਂ ਦੇ ਰੋਟੀ ਸਾਡੇ ਕੋਲ ਪਹੁੰਚ ਜਾਣੀ ਉੱਥੇ। ਹੁਣ ਤਾਂ ਸਾਡੀ ਲੰਗਰ ਅਸੀਂ ਉਰੇ ਲਾਇਆ ਵਾ, ਲੰਗਰ ਹੀ ਲਾਏ ਵੇ, ਅਸੀਂ ਰਾਸ਼ਨ ਆਪੇ ਤਿਆਰ ਕਰਦੇ, ਆਪੇ ਬਣਾਉਂਦੇ ਹਾਂ। ਸਾਨੂੰ ਕੋਈ ਪਰਵਾਹ ਨਹੀਂ ਹੈ ਕਾਸੇ ਦੀ ਵੀ, ਅਸੀਂ ਜਾਊਂਗੇ ਜ਼ਰੂਰ ਭਾਵੇਂ ਮਰਜ਼ੀ ਹੈ। ਸਾਨੂੰ ਗਾਹਾਂ ਆਪਣੇ ਬੱਚਿਆਂ ਦਾ ਭਵਿੱਖ ਦਿਖ ਰਿਹਾ, ਅਸੀਂ ਤਾਂ ਸਾਡੀ ਤਾਂ ਲੰਘ ਲੂੰਗੀ, ਪਤਾ ਨਹੀਂ ਕਿੰਨੇ ਕੁ ਟਾਈਮ ਰਹਿਣਾ। ਹੁਣ ਗਾਹਾਂ ਜਿਹੜੇ ਬੱਚੇ ਸਾਡੇ ਗਾਹਾਂ ਪਨੀਰੀ ਆਉਣ ਵਾਲੀ, ਉਹਨਾਂ ਨੇ ਤਾਂ ਦਿਹਾੜੀਆਂ ਨਹੀਂ ਕਰਨੀ। ਸਾਡੇ ਮੁੰਡੇ ਤਾਂ ਹੁਣ ਨਹੀਂ ਕੰਮ ਕਰਦੇ ਖੇਤਾਂ 'ਚ, ਉਹ ਦਿਹਾੜੀਆਂ ਕਿੱਥੇ ਕਰੂੰਗੇ ਇਹਨਾਂ ਕੋਲ? ਤੇ ਬੜੇ ਕਾਰਪੋਰੇਟਰ ਕਿੱਥੇ ਕੰਮ ਨਹੀਂ ਕਰਨਾ ਉਹਨਾਂ ਨੇ। ਹੁਣ ਸਾਡੀ ਤਿਆਰੀ ਫੁੱਲ ਹੈ, ਇਸ ਕਰਕੇ ਅਸੀਂ ਜਾਣਾ ਹੀ ਜਾਣਾ ਦਿੱਲੀ ਨੂੰ। ਜਿਵੇਂ ਕਿਸਾਨਾਂ ਦੀ ਤਿਆਰੀ ਹੈ, ਉਵੇਂ ਹੀ ਕੇਂਦਰ ਸਰਕਾਰ ਨੇ ਵੀ ਪੂਰੀ ਤਿਆਰੀ ਕੀਤੀ ਹੋਏਗੀ ਦਿੱਲੀ ਨੂੰ। ਜਿਵੇਂ ਤੁਸੀਂ ਰੁੱਖ ਕਰ ਰਹੇ ਹੋ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿੰਨੀ ਤਿਆਰੀ ਤੁਸੀਂ ਕੀਤੀ ਹੈ ਉਸ ਤੋਂ ਵੱਧ 2 ਗੁਣਾ ਵੱਧ ਤਿਆਰੀ ਦਿੱਲੀ ਸਰਕਾਰ ਨੇ ਕੀਤੀ ਹੋਏਗੀ? ਕਿਉਂਕਿ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਉਹ ਸਾਡੇ ਤੋਂ 2 ਕਦਮ ਅੱਗੇ ਹੀ ਰਹਿੰਦੀ ਹੈ, ਉਹ ਸਭ ਕੁਝ ਸੋਚ ਸਮਝ ਕੇ ਹੀ ਸਟੈਪ ਚੁੱਕਦੀ ਹੈ। ਤੇ ਉਹਦੇ ਲਈ ਤੁਸੀਂ ਕੀ ਕਰੋਗੇ? ਇਹ ਸਾਨੂੰ ਪਤਾ ਵੀ ਉਹਨਾਂ ਨੇ ਮਿਲਟਰੀ ਲਾ ਦੇਣੀ ਉੱਥੇ, 144 ਉਹਨਾਂ ਨੇ ਲਾਤੀ। ਸਿੱਖਾਂ ਨੇ ਤਾਂ ਕਦੇ ਪਰਵਾਹ ਹੀ ਨਹੀਂ ਕਰੀ 144 ਦੀ। ਸਿੱਖ ਤਾਂ ਇਕੱਲਾ ਹੀ ਸ਼ੇਰ ਵਾਧੂ ਹੈ। गोविंद सिंह जी ने कहा 1.25 लाख से 1 लड़ाऊँ, तब है गोविंद सिंह नाम का हूँ। चिड़िया से मैं बाज तड़ाऊँ, चिड़ियों ते भी बाज तड़ाया 10वें पातशाह ने। अंबाले दे विच गुरुद्वारे आ 3 10वें पातशाह दे, जिथे चिड़िया ने बाज नूं मारिया। सिख कौम तां यही जी 10वें पातशाह ने बूटा लाया वे, सुकना नहीं कदे ना ये मुकना। देख लो तुसीं, पहलां मुगलों ने किन्ना कम करिया, ਉਹਦੇ ਬਾਅਦ ਅੰਗਰੇਜ਼ ਆ ਗਏ, ਅੰਗਰੇਜ਼ਾਂ ਨੇ 200 ਸਾਲ ਮਾਰਿਆ ਸਿੱਖਾਂ ਨੂੰ, ਫੇਰ ਨਹੀਂ ਮੁੱਕੇ। 84 में ਕਿੰਨਾ ਕੰਮ ਹੋਇਆ, 84 ਤੋਂ ਲੈ ਕੇ 95 ਤੱਕ 96 ਤੱਕ ਕਾਟਬਾੜ ਹੋਈ ਸਿੱਖਾਂ ਨਾਲ, ਪਰ ਸਿੱਖ ਫੇਰ ਨਹੀਂ ਮੁੱਕੇ, ਸਿੱਖ ਫੇਰ ਵੱਧ ਰਹੇ ਆ, ਸਿੱਖਾਂ ਨਾਲ ਨਹੀਂ ਮੁੱਕਣਾ। ਪਰ ਸਰ ਇਹ ਲੜਾਈ ਜਿਹੜੀ ਹੈ ਉਹ ਕਿਸਾਨਾਂ ਦੀ ਹੈ, ਸਿੱਖਾਂ ਦੀ ਨਹੀਂ। ਕਿਸਾਨ ਵੀ ਤਾਂ ਕਿਸਾਨ ਸਿੱਖਿਆ, ਅਸੀਂ ਸਿੱਖ ਹਾਂ, ਅਸੀਂ ਕਿਸਾਨ ਹੈ, ਸਿੱਖ ਵੀ ਹੈਗੇ, ਅੰਮ੍ਰਿਤਧਾਰੀ ਹਾਂ ਅਸੀਂ, ਇਹ ਪਾਈ ਵੀ ਹੈ। ਅਸੀਂ ਇਹਨੂੰ ਉਹਨਾਂ ਨੂੰ ਕਿਸਾਨਾਂ ਨੂੰ ਕਮਜ਼ੋਰ ਕਰਨਾ ਨਹੀਂ ਹੈ, ਉਹਨਾਂ ਮਤਲਬ ਸਿੱਖਾਂ ਨੂੰ ਕਮਜ਼ੋਰ ਕਰਨਾ। ਹਰਿਆਣੇ में भी सिख ने, पंजाब ते भी सिख ने, भी हरियाणा ते पंजाब दोनों मर गए तो होर साडी मुट्ठी मां सारा देश। वो बिहार नूं क्यों नहीं दिंदा साडे वाला रेट, क्यों यूपी नूं नहीं दिंदा है, क्यों महाराष्ट्र नूं दिंदा, क्यों राजस्थान नूं नहीं दिंदा? 22 स्टेटां ने, 22 स्टेटां नूं सारा एक रेट देवे। वो साडा कहंदा भी झोना बंद करो लाना, कणक बंद करो लानी। पहलां तां मिन्नतां करदे ते बाहरले देशां दे मंगांदे ते राशन, कणक भी बाहर तो मंगाउणी, चौल भी बाहर तो मंगाने। ये किसानां नूं कहा भी तुसीं ये काम करो। जद पंजाब ने एक बीड़ा चक्किया, हरी क्रांति लियांदी, हुण कहंदे इहनूं बंद करो। जे असीं झोना भी लाना बंद कर दईए, कणक भी लानी बंद कर दईए, तां दूसरी फसलां दा सानूं रेट तां दो, दूसरी फसलां दा रेट नहीं दिंदे सानूं। हुण आलू प्याज देख लो, हुण ਜ਼ਿਮੀਂਦਾਰਾਂ ਕੋਲ नहीं रहा, ना आलू ਜ਼ਿਮੀਂਦਾਰਾਂ कोल, ना प्याज ਜ਼ਿਮੀਂਦਾਰਾਂ कोल, व्यापारियों कोल है। क्या रेट है हुण? 80 रुपये प्याज बिक रहा,
60-70 ਰੁਪਏ ਆਲੂ ਵਿਕ ਰਹੇ ਨੇ। ਇਹ ਵਪਾਰੀਆਂ ਦੀ ਸਰਕਾਰ ਹੈ ਨਾ, ਵਪਾਰੀਆਂ ਨੂੰ ਚੱਕਣਾ ਪਰ। ਜੇ ਅਸੀਂ ਹੋਰ ਫਸਲ ਲਾ ਲਈ ਪਿੱਛੇ, ਪਹਿਲਾਂ ਅੱਜ ਤੋਂ ਇਸ ਸਾਲ ਤੋਂ ਪਹਿਲਾਂ ਆਲੂ ਜ਼ਿਮੀਦਾਰ ਸੜਕਾਂ 'ਤੇ ਗੇਰਦੇ ਰਹੇ, ਹੋਰ ਫਸਲਾਂ ਗੇਰਦੇ ਰਹੇ। ਪਿਛਲੇ ਵਾਰੀ ਖਰਬੂਜੇ ਲੋਕਾਂ ਨੇ ਬਾਹਰ ਐਕਣੇ ਗੇਰੇ ਖੇਤਾਂ ਮਾ, ਮਿਰਚਾਂ ਐਕਣੇ ਬਾਹਰ ਗੇਰਾਂ ਖੇਤਾਂ ਗੇਰੀ, ਰੇਟ ਹੀ ਨਹੀਂ ਮਿਲਿਆ ਹੈ। ਜੇ ਸਾਨੂੰ ਇਸ ਚੀਜ਼ ਦਾ ਰੇਟ ਨਹੀਂ ਮਿਲਦਾ ਫਿਰ ਤਾਂ ਅਸੀਂ ਸੰਘਰਸ਼ ਕਰਨਾ ਹੀ ਕਰਨਾ। ਅਸੀਂ ਝੋਨਾ ਨਹੀਂ ਛੱਡਣਾ, ਨਾ ਜੀ ਕਣਕ ਛੱਡਣੀ ਲਾਣੀ। ਹੁਣ ਇਹਨਾਂ ਬਜ਼ੁਰਗਾਂ ਤੋਂ ਪੁੱਛ ਲਓ। ਥੈਂਕ ਯੂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਨਾਮ? ਨਿੱਕਾ ਸਿੰਘ ਹੈ ਜੀ। ਹਾਂਜੀ ਸਰ ਜੀ, ਤੇ ਸਰ ਜਿਵੇਂ ਕਿ ਤੁਸੀਂ ਇੰਨੀ ਏਜ ਦੇ ਹੋ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਨੂੰ ਵੀ ਤੁਸੀਂ ਇੱਥੇ ਰਹਿ ਰਹੇ ਹੋ ਧਰਨੇ ਦੇ ਉੱਤੇ, ਤੇ ਕੋਈ ਤੁਹਾਨੂੰ ਜਿਹੜੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਕੀ ਹੈ? ਸਾਨੂੰ ਇਹੀ ਪ੍ਰੋਬਲਮ ਹੈ, ਜਿਹੜੇ ਨੇ ਮੋਦੀ ਨੇ ਕਾਲੇ ਕਾਨੂੰਨ ਥਾਪੇ ਨਾ, ਸਾਨੂੰ ਤਾਂ ਇਹ ਵਾਪਸ ਕਰਾਣੇ। ਇੰਨੇ ਚਿਰ ਵਾਪਸ ਨਹੀਂ ਕਰਦਾ ਨਾ, ਇੰਨੇ ਚਿਰ ਅਸੀਂ ਹਟਦੇ ਨਹੀਂ। ਇਹ ਤਾਂ ਸਾਨੂੰ ਵੇਚਣਾ ਚਾਹ ਰਿਹਾ, ਸਾਡੀ ਜ਼ਮੀਨਾਂ ਖੋਹਣੀ ਚਾਹ ਰਿਹਾ ਕਿਸਾਨਾਂ ਦੀ। ਕਿਸਾਨ ਜ਼ਮੀਨਾਂ ਨਹੀਂ ਖੋਂਦਾ, ਇਹਨਾਂ ਲਾਈਨਾਂ ਵੇਚਦੀ ਨੇ, ਆਨੀ ਡਾਨੀਆਂ ਨੂੰ ਵੇਚਦੀ ਨੇ ਲਾਈਨਾਂ। ਰੇਲੂਏ ਰੋਡ ਵੀ ਵੇਚੀ ਵੇ, ਜਿਵੇਂ ਟੂਲ ਪਲਾਜ਼ੇ ਲੈ ਰਹੇ ਨੇ ਸਾਰੇ ਵਿਕੀ ਵੇ। 2 ਲਾਈਨਸਾਂ ਵੇਚਦੀ ਇਹਨਾਂ ਨੇ ਮੋਦੀ ਨੇ, ਜਹਾਜ਼ ਵਾਲੀਆਂ ਕੀ ਕੰਪਨੀਆਂ ਵੇਚਦੀ। ਫਿਰ ਜ਼ਿਮੀਂਦਾਰਾਂ ਕੀ ਜ਼ਮੀਨ में क्या खोस लेनी नहीं इन्हें। बाकी वो जड़ा इन्हें कहा करोड़ का बिल ला रहे 10 ਜ਼ਿਮੀਂਦਾਰਾਂ ਵਾ 2-2 ਕਿੱਲੇ, 1-1 ਕਿੱਲੇ ਵਾਲਾ, ਉਹ ਤਾਂ 10 ਘਰਾਂ ਤੇ ਨਹੀਂ ਪੂਰਾ ਹੁੰਦਾ। ਕਿੱਥੇ ਦੇ ਜਗ੍ਹਾ ਜ਼ਿਮੀਂਦਾਰ ਹਰ ਫਿਰ ਨੇ ਇੱਕ ਨੂੰ ਕਹਿੰਦੇ ਨਾ ਪੰਜਾਬ ਦਾ ਧੂਆਂ ਜਾਂਦਾ। ਪੰਜਾਬ ਤੇ ਉਹਨਾਂ ਅੰਬਾਲਾ ਪੜਿਆ, ਸਿਟੀ ਪੜੀ है, करनाल पानीपत पड़े हैं, धुआं हेलीकॉप्टर से चलेगा दिल्ली में। उत्थे प्रदूषण इतना हो रहा, उनका धुआं फैक्ट्रियाँ का, जिम्मेदार की तो कद की पराली मुक्कली, कितना है धुआं साफ तो लपड़े वहीं पहुँच गया दिल्ली। ये नहीं होने देना, असीं तो छड्डने दिल्ली तो जानी जाना। इन्होंने जो करना करी चाहे किसान ही बिल्कुल नहीं हटते। 31 जथेबंदियाँ इकट्ठी होगी, उस दिन मीट के दिन गया, उन्होंने मैं धन्यवाद करता भी उन्होंने की रोटी पानी भी नहीं खाना चाहिए, इन्हों साड़ी मंगा नहीं मंगता। असल तो यो गल है। मोदी मर गया, अमित शाह मर गया, बीजेपी वाले सारे मर गए, बीजेपी वाले सारे मर गए। मोदी मर गया, अमित शाह मर गया, खट्टर मर गया, हरियाणा सरकार, मोदी सरकार। ਸੋ ਦੋਸਤੋ, ਇਹ ਸੀ ਸਾਡੇ ਕਿਸਾਨ ਭਾਈਚਾਰਾ, ਤੇ ਜਿਵੇਂ ਜਿਵੇਂ ਦਿਨ ਬੀਤਦੇ ਜਾ ਰਹੇ ਨੇ ਉਵੇਂ ਉਵੇਂ ਉਹਨਾਂ ਦੇ ਹੌਸਲੇ ਜਿਹੜੇ ਆ ਹੋਰ ਬੁਲੰਦ ਹੁੰਦੇ ਜਾ ਰਹੇ ਨੇ। ਤੇ ਹੁਣ ਜਿਹੜੇ ਸਾਡੇ ਕਿਸਾਨ ਹੈ ਉਹ 26 ਨੂੰ ਰੁਖ ਕਰਨਗੇ ਦਿੱਲੀ ਵੱਲ ਨੂੰ। ਜੋ ਮਰਜ਼ੀ ਹੋ ਜਾਵੇ, ਉਹ ਕਹਿ ਰਹੇ ਨੇ ਅਸੀਂ ਪਿੱਛੇ ਨਹੀਂ ਹਟਾਂਗੇ। ਤੇ ਦੇਖਣਾ ਹੁਣ ਇਹ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਕਦੋਂ ਤੱਕ ਜਿਹੜੀ ਹੈ ਆਪਣੇ ਜਿਹੜੇ ਫੈਸਲੇ ਆ ਉਹਦੇ ਤੇ ਅੜੀ ਰਹਿੰਦੀ ਹੈ। ਤੇ ਦੋਸਤੋ, ਹੁਣ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਆ। ਤੁਸੀਂ ਵੇਖਦੇ ਰਹੋ ਵੌਇਸ ਆਫ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਜੀ।